बिल्कुल अज असी दलवीर गोल्डी जी ਜਿਹੜਾ ਉਹ ਨੌਜਵਾਨ ਜਿਹੜਾ ਸਟੂਡੈਂਟ ਪੋਲਿਟਿਕਸ ਤੋਂ ਉੱਠ ਕੇ ਪੰਜਾਬ ਦੀ ਵਿਧਾਨ ਸਭਾ ਦੀ ਵੀ ਜਿਸ ਨੇ ਚੋਣਾਵ ਲੜਿਆ ਔਰ ਅੱਜ ਕਾਂਗਰਸ ਪਾਰਟੀ ਨੇ तमाम ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਪਾਰਲੀਮੈਂਟ ਦੀ ਜਿਹੜੀ ਚੋਣ ਹੈ ਉਹ ਵੀ ਦਲਵੀਰ ਗੋਲਡੀ ਜੀ ਲੜਨਗੇ ਜਿਨ੍ਹਾਂ ਦਾ ਪਿਛੋਕੜ ਇੱਕ ਆਮ ਸਧਾਰਨ ਪਰਿਵਾਰ ਦਾ ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਬੇਖੌਫ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਮਣੇ ਚੁਣਾਵ ਲੜਿਆ ਔਰ ਅਸੀਂ ਆਸ ਕਰਦੇ ਹਾਂ तमाम ਲੋਕ ਕਿ ਉਸੇ ਤਰ੍ਹਾਂ ਹੀ ਇਹ ਪਾਰਲੀਮੈਂਟ ਦਾ ਚੁਣਾਵ ਲੜਨਗੇ ਔਰ ਪਰਮਾਤਮਾ ਸਿਆਣੇ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿਸ ਤਰ੍ਹਾਂ ਦੇ ਪੰਜਾਬ ਦੇ ਅੰਦਰ ਹਾਲਾਤ ਹਨ ਔਰ ਜਿਸ ਤਰ੍ਹਾਂ ਦੇ ਸਰਕਾਰ ਨੇ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਜਿਹੜਾ ਬਦਲਾਵ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਦਿਖਾਇਆ ਗਿਆ ਸੀ ਮੈਨੂੰ ਲੱਗਦਾ ਕਿ 2.5 ਮਹੀਨਿਆਂ ਦੇ ਅੰਦਰ ਜੋ ਪੰਜਾਬ ਦੇ ਅੰਦਰ ਹੋਇਆ ਪੰਜਾਬ ਦੇ ਲੋਕਾਂ ਨੇ ਉਹਨੂੰ ਬੜਾ ਨੇੜੇ ਹੋ ਕੇ ਤੱਕਿਆ ਅੱਜ ਮੇਰਾ ਖਿਆਲ ਪੰਜਾਬ ਦੇ ਲੋਕ ਨੌਜਵਾਨ ਆਮ ਸਧਾਰਨ ਪਰਿਵਾਰਾਂ ਦੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਸਾਥੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ ਔਰ ਸਾਨੂੰ ਉਮੀਦ ਹੈ ਕਿ ਉਹ ਬਦਲਾਅ ਦੇ ਰੂਪ ਦੇ ਵਿੱਚ ਜਿਹੜਾ ਫੈਸਲਾ ਉਹਨਾਂ ਨੇ ਲਿਆ ਸੀ ਉਹਦਾ ਇਸ ਪਾਰਲੀਮੈਂਟ ਦੇ ਚੁਣਾਵ ਦੇ ਅੰਦਰ ਬਦਲਾ ਲੈਣਗੇ ਗੋਲਡੀ ਦੀ ਸਿੱਧੀ ਟੱਕਰ ਕੀ ਨਾ ਵੇਖਦੇ ਹੋ ਮੈਂ ਸਮਝਦਾ ਜੀ ਕਿ ਟੱਕਰ ਨੈਚੁਰਲੀ ਸਰਕਾਰ ਦੇ ਨਾਲ ਮੈਨੂੰ ਲੱਗਦਾ ਕਿ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਸਾਡੀ ਤਾਂ ਕਿਸੇ ਨਾਲ ਟੱਕਰ ਹੀ ਨਹੀਂ ਆਮ ਤੌਰ ਤੇ ਅੱਜ ਕੱਲ੍ਹ ਇੱਦਾਂ ਦੇ ਬਿਆਨ ਹੁੰਦੇ ਨੇ ਜਿਵੇਂ ਸੁਖਬੀਰ ਬਾਦਲ ਅਕਸਰ ਹੀ ਕਹਿੰਦਾ ਸੀ ਕਿ ਤੁਸੀਂ ਦੇਖਿਓ 90 ਸੀਟਾਂ ਆਉਣਗੀਆਂ ਮੈਂ ਤਦ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਅਸੀਂ ਸਰਕਾਰ ਬਣਾਉਣ ਦੇ ਨਜ਼ਦੀਕ ਹਾਂ ਔਰ ਜਿਸ ਤਰ੍ਹਾਂ ਮੈਨੂੰ ਲੱਗਦਾ ਕਿ ਅਦਰ ਪਾਰਟੀਜ਼ ਭਾਜਪਾ ਨੇ ਹੁਣੇ ਇੰਪੋਰਟ ਕੀਤਾ ਹੈ ਬੰਦਾ ਉਹਨਾਂ ਕੋਲੇ ਉਮੀਦਵਾਰ ਹੀ ਨਹੀਂ ਸੀ ਉਹੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਸਨ ਕਿ ਉਹਨਾਂ ਕੋਲੇ ਕੋਈ ਉਮੀਦਵਾਰ ਜਦ ਨਹੀਂ ਮਿਲਿਆ ਹਾਲਾਂਕਿ ਰਾਜਲਾ ਸਾਹਿਬ ਦੀ ਭੈਣ ਨੇ ਨਾ ਕਰ ਦਿੱਤੀ ਸੀ ਪਰ ਫਿਰ ਮਿੰਤਾ ਤਰਲੇ ਕਰਕੇ ਉਹਨਾਂ ਨੇ ਕੈਂਡੀਡੇਟ ਬਣਾਇਆ ਗਿਆ ਔਰ ਸਿਮਰਜੀਤ ਸਿੰਘ ਮਾਨ ਉਹ ਕੇਵਲ ਉਹੀ ਪੁਰਾਣੀਆਂ ਗੱਲਾਂ ਖਾਲਿਸਤਾਨ ਦੀ ਗੱਲ ਇਸ ਤਰ੍ਹਾਂ ਦੀ ਗੱਲ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਮੈਨੂੰ ਪੂਰਨ ਉਮੀਦ ਹੈ ਕਿ ਗੋਲਡੀ ਸਾਡਾ ਇਸ ਵਾਰੀ ਫਤਿਹ ਉਹਨੂੰ ਮਿਲੇਗੀ ਕਿਉਂਕਿ ਲੋਕਾਂ ਨੇ ਦੇਖ ਚੁੱਕੇ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਤੁਸੀਂ ਪੰਜਾਬ ਦੇ ਅੰਦਰ ਬਦਲਾਅ ਲਿਆਉਣਾ ਚਾਹੁੰਦੇ ਸਨ ਤੁਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦਿੱਤਾ ਹੁਣ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਆਪੋਜੀਸ਼ਨ ਦੇ ਵਿੱਚ ਹੈ ਔਰ ਲੜਾਈ ਲੜ ਰਹੀ ਹੈ ਭਾਜਪਾ ਸੱਤਾਧਰ ਪਾਰਟੀ ਦੇ ਨਾਲ ਮੈਨੂੰ ਲੱਗਦਾ ਹੈ ਕਿ ਅਗਰ ਚੰਗਾ ਪਾਰਲੀਮੈਂਟੇਰੀਅਨ ਜਿਹੜਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੇਗਾ ਐਂਡ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੇਗਾ ਮੈਨੂੰ ਲੱਗਦਾ ਕਿ ਜ਼ਰੂਰ ਵਿਸ਼ਵਾਸ ਹੈ ਕਿ ਲੋਕ ਗੋਲਡੀ ਜੀ ਨੂੰ ਐਜ਼ ਅ ਪਾਰਲੀਮੈਂਟੇਰੀਅਨ ਸੁਖਬੀਰ ਸਿੰਘ ਮੂਸੇਵਾਲੇ ਦੇ ਪਿਤਾ ਜੀ ਦੀ ਨੂੰ ਚੁਣਾਵ ਲਿਆਉਣ ਚ ਗੱਲ ਹੋ ਰਹੀ ਸੀ ਲੀਡਰ ਵੀ ਤੁਹਾਡੇ ਪਾਰਟੀ ਦੇ ਉਹਨਾਂ ਨੂੰ ਸਮਰਥਨ ਕਰ ਰਹੇ ਸੀ ਉਹਨਾਂ ਨੇ ਮਨਾ ਕਰਤਾ ਦੁਬਾਰਾ ਥੋੜੀ ਗੱਲ ਨਹੀਂ ਹੋਈ ਕੋਈ ਉਹਨਾਂ ਨਾਲ ਮੇਰਾ ਖਿਆਲ ਨਾ ਤਾਂ ਮੈਂ ਕਿਸੇ ਨਾਲ ਇਹ ਗੱਲ ਕੀਤੀ ਨਾ ਉਹਨਾਂ ਦੇ ਪਰਿਵਾਰ ਨਾਲ ਹਾਲਾਂਕਿ ਪਰਿਵਾਰ ਸਾਡੇ ਬਹੁਤ ਨਜ਼ਦੀਕ ਹੈ ਬਹੁਤ ਭਰਾਵਾਂ ਵਾਲਾ ਰਿਸ਼ਤਾ ਹੈ ਮੇਰਾ ਭੋਲਾ ਜੀ ਨਾਲ ਵੀ ਤੇ ਸਿੱਧੂ ਨਾਲ ਵੀ ਸੀਗਾ ਜੋਹਲ ਸਾਹਿਬ ਨੇ ਇੱਕ ਇੱਛਾ ਜ਼ਾਹਿਰ ਕੀਤੀ ਸੀ ਤੁਸੀਂ ਸਰਦਾਰਾ ਸਿੰਘ ਜੋਹਲ ਨੇ ਉਹਨਾਂ ਨੇ ਕਿਹਾ ਸੀ ਕਿ ਚੰਗਾ ਹੋਏਗਾ ਜੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਚੋਂ ਕੋਈ ਕੰਸੈਂਸਸ ਉਹਨਾਂ ਤੇ ਬਣੇਗਾ ਕੰਸੈਂਸਸ ਕੈਂਡੀਡੇਟ ਹੋਵੇ ਸਭ ਦਾ ਸਾਂਝਾ ਕੈਂਡੀਡੇਟ ਹੋਵੇ ਉਹਨਾਂ ਦੀ ਗੱਲ ਨੂੰ ਇੰਡੋਰਸ ਕੀਤਾ ਸੀ ਕਿਉਂਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਕਿਸੇ ਨੇ ਸਾਡੀ ਗੱਲ ਨੂੰ ਤਰਜੀਹ ਨਹੀਂ ਦਿੱਤੀ ਅਸੀਂ ਆਖਿਆ ਕਿ ਜੇ ਕੰਸੈਂਸਸ ਦਾ ਕੈਂਡੀਡੇਟ ਹੁੰਦਾ ਤਾਂ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਨਾ ਤਾਂ ਅਸੀਂ ਪਰਿਵਾਰ ਨੂੰ ਇਹ ਗੱਲ ਕਹੀ ਕਿ ਉਹ ਚੁਣਾਵ ਲੜਨ ਨਾ ਹੀ ਉਹਨਾਂ ਨੇ ਕਿਤੇ ਕਿਹਾ ਕਿ ਸਾਨੂੰ ਕਾਂਗਰਸ ਨੇ ਕਿਹਾ ਚੰਗਾ ਫੈਸਲਾ ਲਿਆ ਪਰਿਵਾਰ ਨੇ ਪਰ ਇਹ ਤਾਂ ਕਿਸੇ ਦੀ ਭਾਵਨਾ ਸੀ ਅਸੀਂ ਉਹਦੀ ਭਾਵਨਾ ਦੇ ਨਾਲ ਸਾਰਿਆਂ ਨੇ ਇਹ ਗੱਲ ਕਹੀ ਕਿ ਠੀਕ ਹੈ ਅਗਰ ਕੰਸੈਂਸਸ ਦਾ ਕੈਂਡੀਡੇਟ ਉਹਨਾਂ ਦੇ ਪਰਿਵਾਰ ਚੋਂ ਬੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਗੱਲ ਕਿਹਾ ਜਾ ਰਿਹਾ ਰਾਹੁਲ ਗਾਂਧੀ ਜੀ ਆ ਰਹੇ ਆ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਰਾਹੁਲ ਗਾਂਧੀ ਆ ਰਹੇ ਆ ਪ੍ਰਿਯੰਕਾ ਗਾਂਧੀ ਆ ਰਹੇ ਆ ਪੰਜਾਬ ਦੇ ਵਿੱਚ ਮੂਸੇਵਾਲਾ ਪਿੰਡ ਜਾਣਗੇ ਸੋ ਮੈਨੂੰ ਪ੍ਰਿਯੰਕਾ ਗਾਂਧੀ ਜੀ ਦੇ ਬਾਰੇ ਨਹੀਂ ਪਤਾ ਬਟ ਹਾਂ ਇਨਫੋਰਮੇਸ਼ਨ ਆਈ ਹੈ ਹਜੇ ਪ੍ਰੋਪਰ ਉਹਨਾਂ ਦਾ ਟਾਈਮਿੰਗ ਨਹੀਂ ਆਈ
ਕਿ ਰਾਹੁਲ ਗਾਂਧੀ ਆ ਸਕਦੇ ਨੇ। ਉਹਨਾਂ ਦੇ ਪਰਿਵਾਰ ਨਾਲ ਪਹਿਲਾਂ ਟੈਲੀਫੋਨ ਤੇ ਵੀ ਪ੍ਰਿਯੰਕਾ ਗਾਂਧੀ ਜੀ ਨੇ ਤੇ ਰਾਹੁਲ ਗਾਂਧੀ ਜੀ ਨੇ ਗੱਲ ਕੀਤੀ ਔਰ ਉਮੀਦ ਹੈਗੀ ਹੈ ਕਿ ਸ਼ਾਇਦ ਰਾਹੁਲ ਗਾਂਧੀ ਜੀ ਕੱਲ ਮੂਸੇਵਾਲਾ ਪਿੰਡ ਆਉਣ। ਭਗਵੰਤ ਮਾਨ ਕਹਿੰਦੇ ਨੇ ਕਿ ਕਾਂਗਰਸ ਰੋਟੀਆਂ ਸੇਕ ਰਹੀ ਹੈ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ। ਦੇਖੋ, ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਜੇ ਇੱਕ ਐਡੀ ਵੱਡੀ ਜਿਹੜੀ ਘਟਨਾ ਹੋਈ ਜਿਹਨੂੰ 151 ਦੇਸ਼ਾਂ ਦੇ ਵਿੱਚ ਅੱਜ ਗੂਗਲ ਤੇ ਸਭ ਤੋਂ ਵੱਧ ਕੋਈ ਵਿਅਕਤੀ ਟ੍ਰੈਂਡਿੰਗ ਹੈਗਾ ਉਹ ਮੂਸੇਵਾਲਾ ਹੈ, ਇੱਕ 8 ਦਿਨਾਂ ਦੇ ਬਾਵਜੂਦ ਵੀ ਦੁਨੀਆ ਦੇ ਲੋਕ ਵੇਖਣਾ ਚਾਹੁੰਦੇ ਸੀ ਵੀ ਕੌਣ ਹੈ ਸਿੱਧੂ ਮੂਸੇਵਾਲਾ। ਸੋ ਉਸ ਪਰਿਵਾਰ ਦੇ ਨਾਲ ਔਖੀ ਘੜੀ ਦੇ ਵਿੱਚ ਅਗਰ ਖੜੇ ਹੋਣਾ, ਉਹਨਾਂ ਦੀ ਲੜਾਈ ਲੜਨਾ, ਉਹਨਾਂ ਦੇ ਹੰਝੂ ਪੂੰਝਣਾ, ਜੇ ਮਾਨ ਸਾਹਿਬ ਇਹ ਕਹਿੰਦੇ ਕਿ ਇਹ ਸਿਆਸਤ ਹੈ ਤਾਂ ਬਿਲਕੁਲ ਕਾਂਗਰਸ ਪਾਰਟੀ ਇਹੋ ਤਰ੍ਹਾਂ ਦੀ ਸਿਆਸਤ ਕਰਦੀ ਰਹੇਗੀ। ਪ੍ਰਵੀਰ ਸਿੱਧੂ ਜੀ ਹੁਣੀ ਆਏ ਸੀਗੇ। ਪ੍ਰਵੀਰ ਸਿੱਧੂ ਕਹਿੰਦੇ ਰਾਜਾ ਵੜਿੰਗ ਕਹਿ ਰਹੇ ਨੇ ਕਿ ਜਿਹੜੇ ਚੱਲ ਗਏ ਉੱਥੋਂ ਯੂਥ ਨੂੰ ਮੌਕਾ ਮਿਲੇਗਾ। ਕਹਿੰਦੇ ਲੇਕਿਨ ਮੈਨੂੰ ਸ਼ਾਮ ਤੱਕ ਮਨਾਉਂਦੇ ਰਹੇ ਕਿ ਰੁਕ ਜਾਓ। ਦੇਖੋ, ਮੈਂ ਕਿੰਨੀ ਬੇਸ਼ਰਮੀ ਦੀ ਗੱਲ ਕਹੀ ਬਲਬੀਰ ਸਿੰਘ ਸਿੱਧੂ ਨੇ। ਮੈਂ ਉਹਨਾਂ ਦਾ ਵੀਡੀਓ ਵੀ ਸ਼ੇਅਰ ਕੀਤਾ ਜਿਹੜਾ ਉਹਨਾਂ ਨੇ 5 ਦਿਨ ਪਹਿਲਾਂ ਹੀ ਪਾਇਆ ਸੀ ਮੇਰੇ ਫੇਸਬੁੱਕ ਤੇ, ਜਿਹੜਾ ਕਹਿੰਦੇ ਸੀ ਕਦੇ ਜ਼ਿੰਦਗੀ 'ਚ ਸਾਡੀਆਂ ਕਈ ਪੀੜ੍ਹੀਆਂ ਵੀ ਅਸੀਂ ਕਾਂਗਰਸ ਨੂੰ ਛੱਡ ਹੀ ਨਹੀਂ ਸਕਦੇ। ਜਿਹੜਾ ਬੰਦਾ ਸਾਡੇ ਨਾਲ ਗਵਰਨਰ ਕੋਲੇ ਜਾ ਕੇ ਆਇਆ ਹੋਵੇ, ਸਾਨੂੰ ਇਹ ਕਿਹਾ ਗਿਆ, ਅਸੀਂ ਉਹਨਾਂ ਨੂੰ ਕਿਤੇ ਸੱਦਣਾ ਸੀ ਪ੍ਰੋਗਰਾਮ ਦੇ ਵਿੱਚ ਕਿ ਭਾਈ ਕਿਉਂ ਨਹੀਂ, ਪਤਾ ਤਾਂ ਕਰਨਾ ਚਾਹੀਦਾ ਨਾ ਕਿ ਬੰਦਾ ਜਾ ਰਿਹਾ। ਕਿਸੇ ਨੇ ਸਾਨੂੰ ਆਖਿਆ ਵੀ ਤੁਹਾਡਾ ਇੱਕ ਬੰਦਾ ਜਾ ਰਿਹਾ। ਮੈਂ ਉਹਨਾਂ ਨੂੰ 2-3 ਵਾਰੀ ਕਾਲ ਕੀਤੀ, ਜਿਹੜਾ ਕਿ ਉਹਨਾਂ ਨੇ ਮੇਰੀ ਕਾਲ ਨਹੀਂ ਚੱਕੀ, ਪਰ ਮੈਂ 40 ਵਾਰੀ ਨਹੀਂ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਅੱਜ ਵੀ ਇਹ ਗੱਲ ਕਹਿਣਾ ਚਾਹੁੰਦਾ, ਸਿੱਧੂ ਸਾਹਿਬ ਹੋ ਸਕਦਾ ਹੈ ਬਤੌਰ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਤੁਹਾਡੇ ਹੁੰਦਿਆਂ ਕਿਸੇ ਨੌਜਵਾਨ ਨੂੰ ਮੌਕਾ ਨਾ ਦੇ ਸਕਦਾ, ਕਿਉਂਕਿ ਅਕਸਰ ਹੀ ਸਿੱਧੂ ਸਾਹਿਬ ਨੇ ਆਪਦੇ ਭਰਾ ਨੂੰ ਚੇਅਰਮੈਨ ਬਣਾਇਆ ਕੋਆਪਰੇਟਿਵ ਬੈਂਕ ਦਾ, ਦੂਜੇ ਭਰਾ ਨੂੰ ਨਾਲ ਹੀ ਮੇਅਰ ਬਣਾਇਆ, ਮੁੰਡੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ, ਆਪਦੇ ਪੀਏ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ। ਅੱਜ ਇਹ ਸਾਨੂੰ ਮੌਕਾ ਮਿਲਿਆ ਕਿ ਅਗਰ ਤੁਸੀਂ ਛੱਡ ਕੇ ਗਏ ਹੋ, ਉੱਥੇ ਇੱਕ ਨੌਜਵਾਨ ਸਾਥੀ ਨੂੰ ਮੌਕਾ ਮਿਲੇਗਾ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਤੁਹਾਡੇ ਮੰਚ ਰਾਹੀਂ ਕਹਿਣਾ ਚਾਹੁੰਦਾ, ਜਿਹੜੇ ਛੱਡ ਕੇ ਜਾਣਾ ਚਾਹੁੰਦੇ ਨੇ ਸਾਥੀ, ਅਸੀਂ ਨਹੀਂ ਕਹਿੰਦੇ ਕੋਈ ਜਾਵੇ, ਲੇਕਿਨ ਜਿਨ੍ਹਾਂ ਦੀ ਇੱਛਾ ਹੈ ਜਾਣ ਦੀ, ਉਹ ਜਲਦੀ ਚਲੇ ਜਾਓ, ਤਾਂ ਜੋ ਨੌਜਵਾਨਾਂ ਵਾਸਤੇ, ਆਮ ਲੋਕਾਂ ਵਾਸਤੇ, ਸਰਪੰਚਾਂ ਵਾਸਤੇ, ਐਮਸੀ ਸਾਹਿਬਾਨਾਂ ਵਾਸਤੇ, ਬਲਾਕ ਦੇ ਪ੍ਰਧਾਨਾਂ ਵਾਸਤੇ ਨਵੇਂ ਰਾਹ ਖੋਲੀਏ ਤੇ ਉਹਨਾਂ ਨੂੰ ਜਗ੍ਹਾ ਦਈਏ, ਉਹ ਪੰਜਾਬ ਦੀ ਅਗਵਾਈ ਕਰਨ। ਕਾਂਗਰਸ ਪਾਰਟੀ ਪੰਜਾਬ 'ਚ ਕੀ ਲੱਗਦਾ ਸੰਕਟ 'ਚ ਜਾ ਰਹੀ ਹੈ ਜੀ? ਲੀਡਰ ਕਾਂਗਰਸ ਛੱਡ ਕੇ ਜਾ ਰਹੇ ਨੇ, ਲੱਗਦਾ ਸੰਕਟ 'ਚ ਜਾ ਰਹੀ ਹੈ। ਤੁਹਾਨੂੰ ਲੱਗਦਾ ਕੋਈ ਐਡਾ ਵੱਡਾ ਲੀਡਰ ਰਹਿ ਗਿਆ ਪੰਜਾਬ ਦੇ ਅੰਦਰ? ਲੋਕਾਂ ਨੇ ਇਹ ਗੱਲ ਤੈਅ ਕਰਤੀ ਹੈ ਕੋਈ ਵੱਡਾ ਲੀਡਰ ਨਹੀਂ। ਅਗਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਦਾ ਮੁੱਖ ਮੰਤਰੀ ਹਾਰ ਸਕਦਾ ਹੈ, ਮੈਂ ਸਮਝਦਾ ਵੱਡੇ ਲੀਡਰ ਆਪਣੇ ਆਪ ਨੂੰ ਸੁਨੀਲ ਜਾਖੜ ਜੀ ਕਹਿੰਦੇ, ਔਰ ਅਸੀਂ ਅੱਜ ਗੱਲ ਕਹੀ ਹੈ, ਜਾਂ ਬਾਜਵਾ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਅਗਰ ਜਾਖੜ ਸਾਹਿਬ ਆਪਦੇ ਆਪ ਨੂੰ, ਔਰ ਤੁਸੀਂ ਸਮਝਦੇ ਹੋ ਕਿ ਜਾਖੜ ਸਾਹਿਬ ਵੱਡੇ ਲੀਡਰ ਹੈ, ਤਾਂ ਜਾਖੜ ਸਾਹਿਬ ਆਪਦੇ ਭਤੀਜੇ ਤੋਂ ਅਸਤੀਫਾ ਦਿਵਾਉਣ, ਚੁਣਾਵ ਲੜਨ, ਪਤਾ ਲੱਗ ਜਾਏਗਾ ਕਿ ਇਹ ਵੱਡੇ ਲੀਡਰਾਂ ਦਾ ਹਾਲ ਕੀ ਹੁੰਦਾ। ਔਰ ਅਸੀਂ ਲੜਾਂਗੇ ਉਹਨਾਂ ਦੇ ਸਾਹਮਣੇ ਚੁਣਾਵ। ਅਸੀਂ ਇਹ ਕਹਿੰਦੇ ਹਾਂ, ਡਰਦੇ ਅਸਤੀਫਾ ਨਹੀਂ ਦਵਾ ਰਹੇ। ਕਿਉਂ? ਕਿਉਂਕਿ ਲੋਕ ਦੱਸ ਦੇਣਗੇ ਕਿ ਕੋਈ ਵੱਡਾ ਲੀਡਰ ਨਹੀਂ ਹੈ ਪੰਜਾਬ 'ਚ। ਅੱਜ ਕੋਈ ਵੱਡਾ ਲੀਡਰ ਨਹੀਂ ਹੈ, ਵੱਡਾ ਉਹ ਹੈ ਜਿਹੜਾ ਜਨਤਾ ਦੇ ਵਿੱਚ ਰਹਿੰਦਾ, ਉਹੀ ਵਿਅਕਤੀ ਵੱਡਾ। ਲੇਕਿਨ ਰਾਘਵ ਚੱਡਾ ਨੇ ਇਹੋ ਜਿਹੇ ਸ਼ਬਦਾਵਲੀ ਪ੍ਰਯੋਗ ਕੀਤੀ, ਕਹਿੰਦੇ ਕਾਂਗਰਸ ਦਾ ਕੂੜਾ ਚੱਲ ਗਿਆ। ਦਿੱਗਜ ਨੇਤਾ ਨਹੀਂ ਸੀ, ਕੈਬਨਿਟ ਮੰਤਰੀ ਸੀਗੇ ਸਰ। ਜਨਾਬ, ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਕੋਈ ਪੰਜੇ, ਇਹ ਤਾਂ ਤੁਸੀਂ ਆਪ ਸਵਾਲ ਕਰ ਲਿਆ ਕਿ ਦਿੱਗਜ ਨੇਤਾ ਦੀ ਗੱਲ ਤੋਂ ਮੈਂ ਕਰ ਰਿਹਾ। ਮੈਂ ਨਹੀਂ ਕਹਿ ਰਿਹਾ ਉਹ ਨੇਤਾ ਨਹੀਂ ਸੀ। ਲੋਕਾਂ ਨੇ 44 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਗਿਆ ਹੈ। ਲੀਡਰ ਚੱਡਾ ਕਹਿ ਰਿਹਾ ਕਾਂਗਰਸ ਦਾ ਕੂੜਾ ਭਾਜਪਾ ਚਲਾ ਗਿਆ। ਇਹ ਪਹਿਲੀ ਵਾਰੀ ਰਾਘਵ ਚੱਡਾ ਨੇ ਕੋਈ ਚੰਗੀ ਗੱਲ ਕਹੀ ਹੈ। ਪਹਿਲੀ ਵਾਰੀ ਰਾਘਵ ਚੱਡਾ ਜੀ ਨੇ ਇਹ ਗੱਲ ਚੰਗੀ ਕਹੀ ਹੈ। ਮੈਂ ਉਹਨਾਂ ਨੂੰ ਇਸ ਗੱਲ ਤੇ ਸ਼ਾਬਾਸ਼ ਦੇਣਾ ਚਾਹੁੰਦਾ। ਸ਼ਬਦਾਵਲੀ ਠੀਕ ਹੈ, 100% ਠੀਕ ਹੈ। ਜਿਹੜਾ ਬੰਦਾ ਕਾਂਗਰਸ ਨੂੰ ਖਾ ਗਏ, ਜਿਨ੍ਹਾਂ ਨੇ ਕਾਂਗਰਸ ਨੂੰ ਖਾ ਲਿਆ 50-50 ਸਾਲ, ਜਿਨ੍ਹਾਂ ਨੇ ਕਾਂਗਰਸ ਨੂੰ ਲੁੱਟ ਲਿਆ 50-50 ਸਾਲ, ਜਿਨ੍ਹਾਂ ਨੇ ਕਾਂਗਰਸ ਦੇ ਨਾਂ ਤੇ ਵੱਡੇ ਲੀਡਰ ਬਣ ਗਏ, ਇੱਕ ਅੰਪਾਇਰ ਖੜੀਆਂ ਕਰ ਲੀਆਂ, ਉਹ ਅੱਜ ਕਾਂਗਰਸ ਨੂੰ ਛੱਡ ਕੇ ਜਾਣ। ਉਹਨਾਂ ਨੂੰ ਕੂੜਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਈਡੀ, ਫੀਡੀ, ਸੀਬੀਆਈ ਸਭ ਦੇ ਖਤਰੇ ਸਨ। ਸਾਹਿਬ ਜਥੇਦਾਰ ਹਰਪ੍ਰੀਤ ਜੀ ਦਾ ਬਿਆਨ ਆਇਆ ਕਿ ਸਾਰੇ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਸਿਖਾਵਾਂਗੇ ਔਰ ਸ਼ੂਟਿੰਗ ਰੇਂਜ ਪ੍ਰਮੋਟ ਹੋਣੀਆਂ ਚਾਹੀਦੀਆਂ। ਮੈਨੂੰ ਲੱਗਦਾ ਹੈ ਹਰਪ੍ਰੀਤ ਜੀ ਜਥੇਦਾਰ ਜੀ ਕਿਤੇ ਨਾ ਕਿਤੇ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਕਿਉਂਕਿ ਬਹੁਤ ਵੱਡੀ ਉਹ ਪਦਵੀ ਤੇ ਬਰਾਜਮਾਨ ਨੇ, ਲੇਕਿਨ ਇਸ ਤਰ੍ਹਾਂ ਦੀ ਗੱਲ ਕਰਨੀ ਕਿਤੇ, ਇਹ ਤਾਂ ਹਰਪ੍ਰੀਤ ਜੀ ਨੇ ਸੁਣਿਆ ਨਹੀਂ। ਮੈਨੂੰ ਲੱਗਦਾ ਮੈਂ ਕਦੇ ਕਹਿੰਦਾ ਕਿ ਸਾਨੂੰ ਗਿਆਨ ਗੋਸ਼ਟੀ ਦੀਆਂ, ਸਾਨੂੰ ਗੁਰਮਤ ਦੀਆਂ,
ਸਾਨੂੰ ਨੌਜਵਾਨਾਂ ਨੂੰ ਸੰਸਕਾਰ ਦੇਣੇ ਚਾਹੀਦੇ ਹੈ, ਕੈਂਪ ਲਾਉਣੇ ਚਾਹੀਦੇ ਹੈ, ਪਿੰਡਾਂ 'ਚ ਜਾਣਾ ਚਾਹੀਦਾ ਹੈ, ਸਾਨੂੰ ਗੁਰਬਾਣੀ ਨਾਲ ਸਿੱਖੀਜ਼ਮ ਦੇ ਬਾਰੇ ਦੱਸਣਾ ਚਾਹੀਦਾ ਹੈ। ਇੱਕ ਵੀ ਇਹ ਜ਼ਰੂਰ ਕਿਹਾ ਕਿ ਸ਼ੂਟਿੰਗ ਰੇਂਜ ਖੋਲ੍ਹਣ, ਸ਼ਸਤਰ ਲੈ ਲਏ ਜਾਣ, ਮਾਡਰਨ ਸ਼ਸਤਰਾਂ ਕਰਕੇ ਆ ਹਾਲਾਤ ਹੋਏ ਆ ਪੰਜਾਬ ਦੇ। ਮਗਰਲੇ 8 ਦਿਨਾਂ ਦੇ ਵਿੱਚ 7 ਮੌਤਾਂ ਹੋ ਚੁੱਕੀਆਂ, 7 ਕਤਲ ਹੋ ਚੁੱਕੇ। ਰਾਜਾ ਜੀ ਤੁਸੀਂ ਤਾਂ ਕਹਿ ਰਹੇ ਹੋ ਕਿ ਰਾਘਵ ਚੱਡਾ ਦਾ ਜਿਹੜਾ ਬਿਆਨ ਹੈ ਉਹ ਠੀਕ ਹੈ, ਕਿਉਂਕਿ ਅੱਜ ਦੀ ਗੱਲ ਕੀਤੀ ਆਪਾਂ ਥੋੜੀ ਦੇਰ ਪਹਿਲਾਂ ਡਾਕਟਰ ਬਲਬੀਰ ਸਿੱਧੂ ਕਹਿ ਕੇ ਗਏ ਨੇ ਕਿ ਜਿਹੜਾ ਰਾਘਵ ਕਿਹੜਾ ਡਾਕਟਰ ਬਲਬੀਰ ਸਿੱਧੂ? ਬੀਜੇਪੀ ਲੀਡਰ ਸੀ। ਡਾਕਟਰ ਨਹੀਂ ਹੈ ਯਾਰ, ਉਹ ਡਾਕਟਰ ਨਹੀਂ ਹੈ। ਡਾਕਟਰਾਂ ਦੇ ਮੰਤਰੀ ਕਰਕੇ ਕਹਿੰਦੇ ਸੀ। ਹਾਂ, ਤੁਸੀਂ ਡਾਕਟਰਾਂ ਦੇ ਮੰਤਰੀ ਕੀ ਕਹਿ ਕੇ ਗਏ ਨੇ? ਉਹਨਾਂ ਨੇ ਕਹਿ ਕੇ ਗਏ ਨੇ ਕਿ ਜਿਹੜਾ ਰਾਘਵ ਚੱਡਾ ਨੇ ਪਹਿਲਾਂ ਤਾਂ ਉਹ ਇਹੀ ਸਾਬਤ ਕਰਨ ਕਿ ਰਾਘਵ ਚੱਡਾ ਇਨਸਾਨ ਕਿਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਬਣਾਏਗਾ, ਉਹ ਮੇਲ ਹੈ ਜਾਂ ਫੀਮੇਲ ਹੈ, ਲਿਪਸਟਿਕ ਲਾ ਕੇ ਘੁੰਮਦਾ, ਤੁਸੀਂ ਉਹਦੇ ਤੇ ਵਾਅਦਾ ਕਰ ਰਹੇ ਹੋ ਤੇ ਉਹ ਤੁਹਾਡੇ ਸਾਥੀ ਰਹਿ ਗਏ ਇਸ ਤਰ੍ਹਾਂ ਦੇ। ਦੇਖੋ ਇਸ ਗੱਲ ਤੇ ਰਾਘਵ ਚੱਡਾ ਤੇ ਉਹ ਜਾਣਨ, ਪਰ ਰਾਘਵ ਚੱਡਾ ਨੇ ਬਿਲਕੁਲ ਸਹੀ ਕਹੀ ਹੈ। ਇਹਨਾਂ ਲੋਕਾਂ ਦੇ ਕਰਕੇ ਅਸੀਂ ਕਾਂਗਰਸ ਪਾਰਟੀ ਤੇ ਇਲਜ਼ਾਮਾਤ ਲੱਗੇ ਤੇ ਹਾਰ ਗਏ। ਅਸੀਂ ਸੱਤਾ ਸਰਕਾਰ ਚੋਂ ਬਾਹਰ ਇਹਨਾਂ ਲੋਕਾਂ ਕਰਕੇ ਹੈ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਗਿਆ ਸੀ। ਇਸੇ ਕਰਕੇ ਇਹਨਾਂ ਨੂੰ ਉਤਾਰ ਦਿੱਤਾ ਗਿਆ ਸੀ। ਇਹਨਾਂ ਨੂੰ ਚੰਨੀ ਸਰਕਾਰ ਜਦੋਂ ਬਣੀ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਇਹਨਾਂ ਨੂੰ ਅੱਜ ਯਾਦ ਆਇਆ, ਕਹਿੰਦੇ ਸਾਡੀ ਬੇਇੱਜ਼ਤੀ ਕੀਤੀ ਹੈ ਕਾਂਗਰਸ ਪਾਰਟੀ ਨੇ। ਪਰ ਇਹ ਕਾਂਗਰਸ ਪਾਰਟੀ ਦੇ ਨਾਂ ਤੇ ਚੁਣਾਵ ਲੜੇ, ਇਹ ਫਿਰ ਦੁਬਾਰਾ ਚੁਣਾਵ ਲੜੇ। ਅਸਲ ਵਿੱਚ ਇਹਨਾਂ ਨੂੰ ਕੋਈ ਬੇਇੱਜ਼ਤੀ ਇੱਜ਼ਤ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੂੰ CBI ED ਔਰ ਸੱਤਾ 'ਚ ਰਹਿਣ ਦਾ ਜਿਹੜਾ ਡਰ ਸਤਾ ਰਿਹਾ ਸੀ, ਇਹਨਾਂ ਨੇ ਪਨਾਹ ਲੈ ਕੇ BJP ਦੇ ਕੋਲੇ ਗਏ। ਹੋਰ ਕੋਈ ਫਾਈਲ ਦੀ ਗੱਲ ਕਿੰਨੇ ਹਲਕਾ ਇੰਚਾਰਜ ਮੌਜੂਦ ਰਹੇ ਨੇ? ਕਿਹੜੀ ਮੀਟਿੰਗ ਹੋਈ ਹੈ? ਜਿਹੜੀ ਸਿੰਗਲਾ ਦੇ ਵਾਸਤੇ ਅੱਜ ਮੀਟਿੰਗ ਹੋਈ ਮੇਰਾ ਖਿਆਲ ਕੋਈ ਐਸਾ ਵਿਅਕਤੀ ਨਹੀਂ ਹੈ ਜਿਹੜਾ ਅਸੀਂ ਮੌਜੂਦ ਨਹੀਂ ਸੀ। ਜੇ ਉਹ ਇੱਥੇ ਨਹੀਂ ਆਇਆ ਤਾਂ ਅਸੀਂ ਉੱਥੇ ਉਦਘਾਟਨ ਕਰਨ ਜਾ ਰਹੇ ਹਾਂ। ਜਿਵੇਂ ਬੀਬੀ ਰਜੀਆ ਸੁਲਤਾਨਾ ਜੀ ਨੇ, ਅੱਜ ਉਹਨਾਂ ਨੇ 6 ਵਜੇ ਦਾ ਉੱਥੇ ਦਾ ਦਫ਼ਤਰ ਦਾ ਉਦਘਾਟਨ ਰੱਖਿਆ ਹੋਇਆ। ਮੁਨੀਸ਼ ਬੰਸਲ ਜੀ ਔਰ ਤਮਾਮ ਲੋਕ ਜਿਹੜੇ ਲੋਕ ਸਾਡੇ ਚੁਣਾਵ ਲੜੇ ਨੇ, ਉਸ ਤਮਾਮ ਲੋਕ ਮੌਜੂਦ ਸਨ। ਬੀਬੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ। ਬੀਬੀ ਜੀ ਅੱਜ ਜਾਂ ਸਵੇਰੇ ਦਫ਼ਤਰ ਖੋਲ੍ਹਦੇ ਤੁਹਾਨੂੰ ਨਜ਼ਰ ਆਉਣਗੇ। ਇੱਥੇ ਤੁਸੀਂ ਨਾਲ ਹੀ ਹਦਾਇਤ ਦਿੰਦੇ ਆ, ਤੁਸੀਂ ਵੀ ਸਾਨੂੰ ਛੱਡਦੇ ਨਹੀਂ ਵੀ 3 ਹੀ ਬੰਦੇ ਆਉਣੇ ਆ। ਜੇ ਬੀਬੀ ਜੀ ਇੱਥੇ ਆ ਜਾਂਦੇ ਫਿਰ ਕਹਿਣਗੇ ਬੀਬੀ ਜੀ ਨੂੰ ਲੈ ਕੇ ਨਹੀਂ ਆਏ ਨਾਲ। ਸੋ ਇਸ ਕਰਕੇ ਬੀਬੀ ਜੀ ਸਾਡੇ ਸਤਿਕਾਰਯੋਗ ਨੇ। ਤੁਸੀਂ ਚਿੰਤਾ ਨਾ ਕਰੋ, ਜ਼ਿਆਦਾ ਹੈ ਤਾਂ ਬੀਬੀ ਜੀ ਨਾਲ ਟੈਲੀਫੋਨ ਤੇ ਗੱਲ ਕਰੋ। ਬੜੀ ਸਾਹਿਬ ਲੱਗਦਾ ਹੈ ਕਿ ਜਿਹੜੀ ਫਾਈਲ ਦੀ ਗੱਲਬਾਤ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਤੇ ਸਾਡੀ ਪਾਰਟੀ ਦਾ ਧੰਨਵਾਦ, ਜਿਨ੍ਹਾਂ ਨੇ ਇੱਕ ਨੌਜਵਾਨ ਦੇ ਉੱਪਰ ਵਿਸ਼ਵਾਸ ਜਤਾਇਆ ਤੇ ਮੈਂ ਉਹਨਾਂ ਦਾ ਵਿਸ਼ਵਾਸ ਕਦੇ ਟੁੱਟਣ ਨਹੀਂ ਦਊਂਗਾ। ਤੇ ਸੰਗਰੂਰ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਇਸ ਛੋਟੇ ਭਰਾ ਨੂੰ ਮੌਕਾ ਦਿਓ। ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਲੋਕ ਸਭਾ ਦੇ ਵਿੱਚ ਇਹ ਤੁਹਾਡਾ ਜਿਹੜਾ ਭਰਾ ਉਹ ਜੀ ਜਾਨ ਲਾ ਦੂਗਾ, ਕਿਉਂਕਿ ਤੁਸੀਂ ਮੁੱਦਿਆਂ ਤੇ ਲੜਦੇ ਨੂੰ ਮੈਨੂੰ ਵੇਖਿਆ, ਚਾਹੇ ਉਹ ਟੋਲ ਪਲਾਜ਼ੇ ਦੇ ਰਿਲੇਟਡ ਗੱਲ ਹੋਵੇ, ਚਾਹੇ ਉਹ ਜਦੋਂ ਕਣਕ ਨੂੰ ਅੱਗ ਲੱਗੀ ਸੀ ਉਦੋਂ ਗੱਲ ਹੋਵੇ, ਤੇ ਚਾਹੇ ਸਾਡੇ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ 2 ਵਾਰ ਪੈਦਲ ਜਾ ਕੇ ਉਹਨਾਂ ਨਾਲ ਉਸ ਸੰਘਰਸ਼ ਦਾ ਹਿੱਸਾ ਬਣਨ ਦੀ ਗੱਲ ਹੋਵੇ। ਸੋ ਮੇਰੀ ਜਿਹੜੀ ਸੋਚ ਆ ਕਿ ਮੈਂ ਬਹੁਤਾ ਕਿਸੇ ਲੀਡਰ ਬਾਰੇ ਨਹੀਂ ਗੱਲ ਕਰ ਰਹੀ, ਅਸੀਂ ਆਪਣੀ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ, ਕਿਉਂਕਿ ਸਾਰੇ ਧਰਮਾਂ ਦੀ ਰਿਸਪੈਕਟ ਕਰਨਾ, ਸਾਰੇ ਧਰਮਾਂ ਨੂੰ ਇੱਕੋ ਸਾਥ ਰੱਖਣਾ ਸਾਡੀ ਪਾਰਟੀ ਦੀ ਸੋਚ ਆ। ਤੇ ਯੂਨੀਵਰਸਿਟੀ ਤੋਂ ਬਾਅਦ ਇਸ ਪਾਰਟੀ ਨਾਲ ਮੈਂ ਜੁੜਿਆ ਹੋਇਆ। ਇੱਕ ਆਮ ਸਧਾਰਨ ਪਰਿਵਾਰ ਦਾ ਮੁੰਡਾ, ਮੇਰੇ ਪਿਤਾ ਜੀ ਮੇਰੇ ਨਾਲ ਨੇ, ਮੇਰੀ ਵਾਈਫ ਮੇਰੇ ਨਾਲ ਆ। ਦਰੀਆਂ ਵਿਛਾਉਣ, ਪੋਸਟਰ ਲਾਉਣ ਤੋਂ, ਕਿਉਂਕਿ ਆਰਗੇਨਾਈਜੇਸ਼ਨ ਵਾਲਾ ਬੰਦਾ ਜਿਹੜਾ ਹੁੰਦਾ ਉਹ ਹਮੇਸ਼ਾ ਕਿਸੇ ਚੀਜ਼ ਤੋਂ ਘਬਰਾਉਂਦਾ ਨਹੀਂ। ਸੋ ਮੇਰੀ ਪਾਰਟੀ ਨੇ ਆਪਣੇ ਛੋਟੇ ਭਰਾ ਤੇ ਔਕਾਤ ਤਾਂ ਮੇਰੀ ਤਿਣਕੇ ਦੀ ਆ, ਪਰ ਪਹਾੜਾਂ ਨਾਲ ਮੱਥਾ ਲਾਉਣਾ ਸਿਖਾਇਆ। ਸੋ ਵਧੀਆ ਤਰੀਕੇ ਨਾਲ ਲੜਾਂਗੇ। ਮੋਦੀ ਸਾਹਿਬ ਚੈਲੰਜ ਕਿੱਡਾ ਵੱਡਾ ਦੇਖ ਰਹੇ ਹੋ? ਲੇਕਿਨ 9 ਵਿਧਾਨ ਸਭਾ ਹਲਕੇ ਜਿਹੜੇ ਇਸ MP ਸੀਟ ਦੇ ਅੰਡਰ ਆਉਂਦੇ ਉੱਥੇ ਆਮ ਆਦਮੀ ਪਾਰਟੀ ਜਿੱਤੀ ਵਿਧਾਨ ਸਭਾ ਚੋਣਾਂ, ਉਹ ਕਿਵੇਂ ਨਾ ਵੱਡਾ ਚੈਲੰਜ ਹੁੰਦੇ ਹੋ? ਸਰ ਦੇਖੋ, ਹਰ ਇੱਕ ਇਲੈਕਸ਼ਨ ਹੀ ਚੈਲੰਜ ਹੁੰਦੀ ਹੈ ਜੀ, ਚਾਹੇ ਛੋਟੀ ਇਲੈਕਸ਼ਨ ਹੋਵੇ ਚਾਹੇ ਵੱਡੀ ਇਲੈਕਸ਼ਨ ਹੋਵੇ। ਬਟ ਅਸੀਂ ਸਾਰੇ ਅੱਜ ਤੁਸੀਂ ਦੇਖ ਸਕਦੇ ਹੋ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਆ। ਵੱਡਾ ਭਰਾ ਰਾਜਾ ਵੜਿੰਗ ਜਿਨ੍ਹਾਂ ਨੇ ਇੱਕ ਸੁਨੇਹਾ ਦਿੱਤਾ, ਅੱਜ ਜਿਹੜੀ ਤੁਸੀਂ ਸਾਰੇ ਗੱਲ ਕਰ ਰਹੇ ਸੀ ਨਾ, ਸਾਡੇ ਵਰਗੇ ਨੌਜਵਾਨਾਂ ਨੂੰ ਆਉਣ ਦਾ ਮੌਕਾ ਦਿੱਤਾ ਮੇਰੀ ਪਾਰਟੀ ਨੇ, ਤਾਂ ਕਿ ਅਸੀਂ ਅੱਜ 60% ਦੇ ਕਰੀਬ ਜਿਹੜਾ ਨੌਜਵਾਨ ਆ ਹਿੰਦੁਸਤਾਨ ਦੇ ਵਿੱਚ ਉਹਦੀ ਆਵਾਜ਼ ਬਣਨ ਦਾ ਮੌਕਾ ਦਿੱਤਾ। ਸੋ ਇਹਦੇ ਨਾਲੋਂ ਵੱਡੀ ਗੱਲ ਮੈਨੂੰ ਲੱਗਦਾ ਕੋਈ ਨਹੀਂ ਹੋ ਸਕਦੀ। ਕਲਾਸ ਦੇ CR ਤੋਂ ਲੈ ਕੇ ਕਾਲਜ ਦਾ ਪ੍ਰੈਜ਼ੀਡੈਂਟ, ਯੂਨੀਵਰਸਿਟੀ ਇਲੈਕਟਡ ਪ੍ਰੈਜ਼ੀਡੈਂਟ, NSUI ਨੈਸ਼ਨਲ ਕੋਆਰਡੀਨੇਟਰ, ਜਨਰਲ ਸੈਕਟਰੀ ਯੂਥ ਕਾਂਗਰਸ, ਵਾਈਸ ਪ੍ਰੈਜ਼ੀਡੈਂਟ ਯੂਥ ਕਾਂਗਰਸ, 2017 ਚ ਵਿਧਾਨ ਸਭਾ ਦੀਆਂ ਚੋਣਾਂ, ਫੇਰ ਟਿਕਟ ਦਿੱਤੀ। ਇਦੋਂ ਵੱਧ ਪਾਰਟੀ ਇੱਕ ਬੰਦੇ ਲਈ ਕੀ ਹੈਲਪ ਕਰ ਸਕਦੀ ਆ? ਮੈਨੂੰ ਕਿਤੇ ਜਾਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਮੈਨੂੰ ਵੀਰ ਜੀ ਹੋਰਾਂ ਨੇ ਕਿਹਾ ਕਿ ਤੂੰ ਕਿਤੇ ਨਹੀਂ ਜਾਣਾ, ਘਰੇ ਬੈਠ ਤੇ
ਇੱਥੇ ਇਸ ਤੋਂ ਵੱਧ ਮੈਨੂੰ ਲੱਗਦਾ ਕੋਈ ਪਾਰਟੀ ਆਪਦੇ ਵਰਕਰ ਦਾ ਮਾਨ ਸਤਿਕਾਰ ਨਹੀਂ ਕਰ ਸਕਦੀ ਜੋ ਮੇਰਾ ਮਾਨ ਸਤਿਕਾਰ ਦਿੱਤਾ। ਮੈਂ ਉਹਦੇ ਵਰਕਰਾਂ ਨੂੰ ਕਹਿਣਾ ਚਾਹਣਾ ਕਿਸੇ ਤੋਂ ਘਬਰਾਇਓ ਨਾ, ਤੁਹਾਡੇ ਵੱਲ ਕੋਈ ਯਾਨੀ ਕਿ ਤੱਤੀ ਹਵਾ ਨਹੀਂ ਲੱਗਣ ਦੇਣੀ। ਹਮੇਸ਼ਾ ਤੁਹਾਡਾ ਇਹ ਭਰਾ ਦਲਵੀਰ ਸਿੰਘ ਗੋਲਡੀ ਤੁਹਾਡੇ ਮੋਢੇ ਨਾਲ ਮੋਢਾ 900 ਤੋਂ ਵੱਧ ਪਿੰਡ ਹੈ ਕਵਰੇਜ। ਬਾਈ ਜੀ ਸੌਣਾ ਹੀ ਨਹੀਂ ਜੀ, ਜਦੋਂ ਕੰਮ ਹੀ ਮਿਹਨਤ ਕਰਨਾ ਸਾਡਾ ਫਰਜ਼ ਆ ਜੀ। ਅੱਜ ਸਵੇਰੇ ਵੀ ਤੁਸੀਂ ਦੇਖ ਸਕਦੇ ਹੋ, ਕੱਲ ਸ਼ਾਮ ਨੂੰ ਵੀ ਧੂਰੀ ਤਾਂ ਮਾਰਕੀਟ ਅਸੀਂ ਨੇ ਕੱਲ ਕਰਤੀ, ਅੱਜ ਸਵੇਰੇ ਅਸੀਂ ਸੈਰ ਵਾਲੇ ਸਾਰਿਆਂ ਨੂੰ ਮਿਲ ਲਏ। ਤਾਂ ਡੇ ਬਾਈ ਡੇ ਤੁਸੀਂ ਦੇਖੋਗੇ। ਬਾਕੀ ਗੁਰੂ ਮਹਾਰਾਜ ਤੇ ਹੈ ਜੀ, ਸਾਡਾ ਇਨਸਾਨ ਦਾ ਕੰਮ ਹੁੰਦਾ ਮਿਹਨਤ ਕਰਨਾ। ਅਸੀਂ ਦਿਨ ਰਾਤ ਮਿਹਨਤ ਕਰਾਂਗੇ। ਬਾਕੀ ਲੋਕਾਂ ਨੇ ਫਤਵਾ ਦੇਣਾ ਕਿ ਉਹ ਕਹੇ ਜੇ ਬੰਦੇ ਨੂੰ ਜਿਹੜਾ ਲੋਕ ਸਭਾ ਦੀਆਂ ਪੌੜੀਆਂ ਚੜਾਉਣਾ। ਕਿਹਦੇ ਨਾਲ ਫਾਈਟ ਸਮਝਦੇ ਹੋ ਤੁਸੀਂ ਆਪ? ਉਹ ਵੀ ਕਹਿੰਦੇ ਯੂਥ ਲੀਡਰ ਨੇ। ਸਾਰਿਆਂ ਨਾਲ ਹੀ ਫਾਈਟ ਹੁੰਦੀ ਆ ਬਾਈ, ਇਲੈਕਸ਼ਨ ਕੋਈ ਸੌਖੀ ਨਹੀਂ ਹੁੰਦੀ, ਠੀਕ ਹੈ ਨਾ। ਅਸੀਂ ਆਪਦੀ ਵਿਚਾਰਧਾਰਾ ਦੀ ਗੱਲ ਕਰਾਂਗੇ, ਬਾਕੀ ਪਾਰਟੀਆਂ ਆਪਦੀ ਵਿਚਾਰਧਾਰਾ ਲੀਡਰ ਛੱਡ ਕੇ ਚੱਲ ਗਏ ਨੇ, ਸੁਨੀਲ ਜਾਖੜ ਹੋਣ ਜਾਂ ਫਿਰ ਹੋਰ ਤਮਾਮ ਬਲਬੀਰ ਸਿੰਘ। ਨਹੀਂ, ਇਹਦੀ ਵੈਸੇ ਸਾਡੇ ਰਾਜਾ ਬਰਾੜ ਜੀ ਨੇ ਸਾਰਾ ਕਲੈਰੀਫਾਈ ਕਰਤਾ। ਤੁਸੀਂ ਮੇਰੇ ਤੋਂ ਤਾਂ ਬਸ ਤੁਸੀਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਬੈਠੇ ਹੋ।